ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਹੋਲੇ ਮਹੱਲੇ ਦਾ ਦਿਨ ਹੈ। 1699 ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬਾਨ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਸਦੀਆਂ ਤੋਂ ਗੁਲਾਮ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਜਿੱਥੇ ਕਾਇਰਤਾ ਭਰੀ ਹੋਈ ਸੀ, ਉੱਥੇ ਉਹਨਾਂ ਦੇ ਤਿਉਹਾਰ ਵੀ ਬੇਅਰਥ ਬਣ ਚੁੱਕੇ ਸਨ। ਹੋਲੀ ਦਾ ਤਿਉਹਾਰ ਤਾਂ ਗੰਦਗੀ ਅਤੇ ਇਨਸਾਨੀ ਸੱਭਿਆਚਾਰ ਤੋਂ ਕੋਹਾਂ ਦੂਰ ਸੀ, ਭਾਵੇਂ ਕਿ ਇਸ ਨੂੰ ਹੋਲਕਾ ਨਾਲ ਜੋੜ ਕੇ ਧਾਰਮਿਕ ਰੰਗਤ ਦੇਣ ਦਾ ਯਤਨ ਕੀਤਾ ਜਾਂਦਾ ਹੈ। 10 ਗੁਰੂਆਂ ਸਾਹਿਬਾਨ ਦੀ ਲਗਾਤਾਰਤਾ ਨਾਲ ਉਸ ਧਰਤੀ ਤੇ ਘਾਲੀ ਗਈ ਘਾਲਨਾ ਦਾ ਨਤੀਜਾ ਸੀ ਕਿ ਖਾਲਸਾ ਪੰਥ ਦੇ ਰੂਪ ਵਿੱਚ ਇੱਕ ਬਲਕਾਰ ਯੋਧਿਆਂ ਦਾ ਪੰਥ ਖਾਲਸਾ ਪੰਥ ਪ੍ਰਗਟ ਹੋਇਆ। ਖਾਲਸਾ ਆਦਰਸ਼ ਰੂਪ ਵਿੱਚ ਜਿੱਥੇ ਜਾਤ ਪਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਤੋਂ ਆਜ਼ਾਦ ਸੀ, ਉੱਥੇ ਗੁਲਾਮੀ ਦੇ ਸੰਗਲ ਕੱਟਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦੇ ਜਜ਼ਬੇ ਵੀ ਭਰਪੂਰ ਸੀ। ਵਿਊਅਰਸ, ਸਨ 1700 ਵਿੱਚ ਖਾਲਸਾ ਸਾਜਨਾ ਸਾਲ ਦੇ ਅਗਲੇ ਸਾਲ 10ਵੇਂ ਪਾਤਸ਼ਾਹ ਨੇ ਹੋਲੇ ਮਹੱਲੇ ਦੇ ਰੂਪ ਵਿੱਚ ਖਾਲਸਾ ਪੰਥ ਨੂੰ ਇੱਕ ਨਿਵੇਕਲਾ ਤਿਉਹਾਰ ਵੀ ਦਿੱਤਾ। ਅਨੰਦਪੁਰ ਸਾਹਿਬ ਦੇ ਯੂ ਵਿੱਚ ਖਾਲਸਾ ਯੋਧੇ ਸ਼ਸਤਰ ਵਿਦਿਆ ਦੇ ਆਪਣੇ ਕਰਤੱਵ ਦਿਖਾਉਂਦੇ ਅਤੇ ਸਿੱਖ ਸੰਗਤਾਂ ਵਿੱਚ ਖੁਸ਼ੀ ਤੇ ਉਤਸ਼ਾਹ ਦਾ ਇੱਕ ਦਰਿਆ ਫੁੱਟ ਪੈਂਦਾ। ਹੋਲਾ ਮਹੱਲਾ ਖਾਲਸਾਈ ਸਪਿਰਿਟ, ਬਹਾਦਰੀ ਅਤੇ ਆਜ਼ਾਦੀ ਦਾ ਪ੍ਰਤੀਕ ਹੈ। ਅੱਜ ਅਸੀਂ ਹੋਲੇ ਮਹੱਲੇ ਦੇ ਮੁਬਾਰਕ ਦਿਨ ਮੌਕੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਅੱਜ ਅਸੀਂ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਐਕਟਿੰਗ ਪ੍ਰੈਜ਼ੀਡੈਂਟ ਭਾਈ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫਤਿਹਗੜ੍ਹ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰੋ ਭੈਣਾਂ ਨੇ ਜੀ ਵੀਰ ਜੀ, ਟੀਵੀ 84 ਦੀ ਪੂਰੀ ਟੀਮ ਵੱਲੋਂ ਤੇ ਸਾਡੇ ਪੂਰੇ ਦਰਸ਼ਕਾਂ ਵੱਲੋਂ ਤੁਹਾਨੂੰ ਹੋਲੇ ਮੁਹੱਲੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਸਭ ਤੋਂ ਪਹਿਲਾਂ ਹੋਲੇ ਮੁਹੱਲੇ ਦੇ ਇਸ ਮੁਬਾਰਕ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਾਰੇ ਸਿੱਖ ਜਗਤ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਡੀ ਟੀਮ ਨੂੰ, 84 ਨੂੰ, ਸਾਰੇ ਸੁਣਨ ਵਾਲੇ, ਦੇਖਣ ਵਾਲੇ ਸਰੋਤੇ ਦਰਸ਼ਕ ਵੀਰਾਂ ਨੂੰ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਦਾ ਜਿਹੜਾ ਸਮਾਂ ਸੀਗਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਤਾਇਆ। ਹਾਂਜੀ। ਔਰ ਸਿੱਖ ਇਤਿਹਾਸ ਦੇ ਵਿੱਚ, ਗੁਰੂਆਂ ਦੇ ਇਤਿਹਾਸ ਚ, ਗੁਰ ਇਤਿਹਾਸ ਦੇ ਵਿੱਚ ਅਨੰਦਪੁਰ ਸਾਹਿਬ ਜੀ ਦੇ ਵਿੱਚ ਜੋ ਵੀ ਕੌਤਕ ਗੁਰੂ ਸਾਹਿਬ ਨੇ ਆਪਣੇ ਖਾਲਸਾ ਪੰਥ ਦੀ ਸਾਜਨਾ ਕਰਕੇ ਔਰ ਆਪਣੇ ਸਿੱਖਾਂ ਨੂੰ ਜੋ ਵੀ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਆ, ਉਹ ਵੱਧ ਤੋਂ ਵੱਧ ਸਾਨੂੰ ਜਿਹੜੀ ਉਹਦੀ ਪ੍ਰੇਰਨਾ ਆ ਉਹ ਅਨੰਦਪੁਰ ਸਾਹਿਬ ਧਰਤੀ ਦੇ ਉੱਤੇ ਜੋ ਉਹਨਾਂ ਨੇ ਕੌਤਕ ਵਰਤਾਏ ਨੇ ਉਹਨਾਂ ਤੋਂ ਮਿਲਦੀ ਆ। ਔਰ ਇਸੇ ਹੀ ਇੱਕ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਸ ਸਮੇਂ 'ਚ ਹੋਲਾ ਮਹੱਲਾ ਮਨਾਇਆ ਜਾਂਦਾ ਸੀਗਾ, ਹੋਲਕਾ ਮਨਾਇਆ ਦਾ ਤਿਉਹਾਰ ਸੀਗਾ, ਉਹਨੂੰ ਸਿੱਖਾਂ ਨੂੰ ਕਿਸ ਤਰੀਕੇ ਨਾਲ ਮਨਾਉਣਾ ਚਾਹੀਦਾ ਇਹ ਵੀ ਉਹਨਾਂ ਨੇ ਦੱਸਿਆ। ਔਰ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਜੋ ਬਹਾਦਰੀ, ਸੂਰਬੀਰਤਾ, ਇਹ ਜੋ ਸਿੱਖ ਜਿਹੜਾ ਵੀ ਕੋਈ ਮਨੁੱਖ ਦਾ ਗੁਲਾਮ ਨਹੀਂ ਬਣਨਾ ਚਾਹੀਦਾ, ਉਹਨਾਂ ਨੇ ਅਕਾਲ ਪੁਰਖ ਦੀ ਫੌਜ ਦੀ ਸਾਜਨਾ ਕੀਤੀ ਹੈ। ਉਹਨਾਂ ਨੇ ਸਾਨੂੰ ਸ਼ਾਸਤਰ ਵਿਦਿਆ ਸਿਖਾਈ ਹੈ। ਉਹਨਾਂ ਨੇ ਇਹ ਗੱਲ ਦਾ ਸਾਨੂੰ ਦੱਸਿਆ ਵੀ ਜਿਹੜੇ ਮੇਰੇ ਫਾਲੋਅਰਸ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮਤਲਬ ਇਸ ਧਰਤੀ ਤੋਂ ਮਤਲਬ ਜਿਹੜਾ ਸਮਾਜ ਹੈ ਉਹਨੂੰ ਉਹਦੇ ਵਿੱਚ ਕਿਸ ਤਰੀਕੇ ਨਾਲ ਵਿਚਰਨਾ ਚਾਹੀਦਾ, ਉਹਨਾਂ ਦੀ ਜੀਵਨ ਜਾਚ ਹੈ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਕਿਸ ਤਰੀਕੇ ਦਾ ਹੋਣਾ ਚਾਹੀਦਾ। ਪਰ ਅੱਜ ਇੰਨੇ ਸਾਲਾਂ ਤੋਂ ਬਾਅਦ ਬਹੁਤ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਜਿਹੜੇ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਦੇ ਜਿਹੜੇ ਲੀਡਰ ਨੇ, ਜਿਹੜੇ ਇਸ ਟਾਈਮ ਕੌਮ ਨੂੰ ਲੀਡ ਕਰ ਰਹੇ ਨੇ ਔਰ ਗੁਰਦੁਆਰਾ ਪ੍ਰਬੰਧਕਾਂ ਦੇ ਉੱਤੇ ਕਾਬਜ਼ ਨੇ, ਉਹ ਪ੍ਰਬੰਧ ਕਰ ਰਹੇ ਨੇ, ਉਹਨਾਂ ਦਾ ਜੋ ਜਿਸ ਤਰੀਕੇ ਨਾਲ ਇਹਨਾਂ ਤਿਉਹਾਰਾਂ ਨੂੰ ਮਨਾਉਣ ਦਾ ਢੰਗ ਤਰੀਕਾ, ਜੋ ਉਹ ਕੌਮ ਨੂੰ ਜਿਹੜਾ ਉਹਨਾਂ ਨੇ ਸੰਦੇਸ਼ ਦੇਣਾ ਚਾਹੀਦਾ ਸੀ ਗੁਰੂ ਸਾਹਿਬਾਨ ਦਾ, ਉਹ ਬਿਲਕੁਲ ਇਸ ਤੋਂ ਉਲਟ ਕੰਮ ਕਰ ਰਹੇ ਆ। ਇਹ ਇੱਕ ਜਿਹੜਾ ਤਿਉਹਾਰ ਹੈ, ਜਿਹੜਾ ਅਸਲੀ ਮੈਸੇਜ ਗੁਰੂ ਸਾਹਿਬ ਨੇ ਦਿੱਤਾ ਸੀ, ਉਹ ਤੋਂ ਪਰਾਂ ਹਟ ਕੇ ਮਤਲਬ ਜਿਹੜੇ ਹਿੰਦੂਤਵ ਦਾ ਏਜੰਡਾ ਹੈ, ਜੋ ਹਿੰਦੁਸਤਾਨ ਦਾ ਹੋਲ ਏਜੰਡਾ ਹੈ, ਮੈਨੂੰ ਲੱਗਦਾ ਵੀ ਸਾਡੀ ਅੱਜ ਦੀ ਜਿਹੜੀ ਲੀਡਰਸ਼ਿਪ ਹੈ ਇਹ ਉਸ ਏਜੰਡੇ ਨੂੰ ਫਾਲੋ ਕਰਾਉਣ ਦੇ ਲਈ ਇਹਨਾਂ ਤਿਉਹਾਰਾਂ ਦਾ ਇਸਤੇਮਾਲ ਕਰ ਰਹੀ ਹੈ। ਔਰ ਇਹਨਾਂ ਨੂੰ ਬਿਲਕੁਲ ਉਹਨਾਂ ਨੇ ਰਾਜਨੀਤਿਕ ਢੰਗ ਦੇ ਕੇ, ਰਾਜਨੀਤਿਕ ਇਹਨਾਂ ਨੂੰ ਰੰਗ ਦੇ ਕੇ ਜਿਹੜਾ ਸਾਡਾ ਮੇਨ ਕਰੈਕਟਰ ਸੀਗਾ, ਜਿਹੜਾ ਕਿ ਸਾਨੂੰ ਜਿਹੜੀ ਪ੍ਰੇਰਨਾ ਸਾਨੂੰ ਇੱਥੇ ਤਾਂ ਮਿਲਣੀ ਚਾਹੀਦੀ ਜ਼ਿੰਦਗੀ ਜਿਉਣ ਦੇ ਲਈ, ਉਹ ਤੋਂ ਵੱਖਰਾ ਕਰ ਦਿੱਤਾ ਗਿਆ ਹੈ।
ਹਾਂਜੀ ਇਸ ਦੀ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀ ਸਿੱਖ ਲੀਡਰਸ਼ਿਪ ਹੈ। ਬਿਲਕੁਲ ਬਿਲਕੁਲ ਹਾਂ, ਵੀਰ ਜੀ। ਸਮੇਂ-ਸਮੇਂ ਤੇ ਸਾਡੀ ਕੌਮ ਦੇ ਵਿੱਚ ਬਹੁਤ ਏਦਾਂ ਦੇ ਲੀਡਰ ਸਾਹਿਬਾਨ, ਧਾਰਮਿਕ ਲੀਡਰ, ਹੋਰ ਜੋ ਕੌਮ ਨੂੰ ਸੇਧ ਦੇਣ ਵਾਲੇ ਆ, ਉਹ ਆਪਣੀ ਗੱਲ ਹੈ ਜਿਹੜੀ ਕੌਮ ਦੇ ਅੱਗੇ ਰੱਖਦੇ ਰਹਿੰਦੇ ਨੇ। ਪਰ ਜਿਹੜਾ ਮੁੱਖ ਗੱਲ ਹੈ ਉਹ ਇਹਨਾਂ ਵੱਲੋਂ ਹੀ ਜਾਂਦੀ ਹੈ, ਕਿਉਂਕਿ ਕੰਟਰੋਲ ਕਰਦੇ ਨੇ ਇਸ ਗੱਲ ਦੇ ਲਈ। ਸੋ ਮੇਰੀ ਤੇ ਇਹ ਬੇਨਤੀ ਹੈ ਸਿੱਖ ਪੰਥ ਨੂੰ ਕਿ ਸਾਨੂੰ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਿਸ ਜਜ਼ਬੇ ਦੇ ਲਈ, ਜਿਸ ਪ੍ਰੇਰਨਾ ਦੇ ਲਈ ਇਹ ਜਿਹੜੀ ਹੋਲੀ ਮਹੱਲੇ ਦਾ ਤਿਉਹਾਰ ਜਾਂ ਮਤਲਬ ਹੋਰ ਤਿਉਹਾਰ ਹੈ ਜਿਹੜੇ ਮਨਾਉਣ ਦਾ ਸਾਨੂੰ ਜੋ ਉਹਨਾਂ ਨੇ ਤਰੀਕਾ ਦੱਸਿਆ, ਅੱਗੇ ਵਿਸਾਖੀ ਆ ਰਹੀ ਹੈ 14 ਅਪ੍ਰੈਲ ਨੂੰ, ਖਾਲਸੇ ਦਾ ਜਿਹੜਾ ਪਵਿੱਤਰ, ਸਭ ਤੋਂ ਪਵਿੱਤਰ ਤਿਉਹਾਰ ਹੈ, ਖਾਲਸੇ ਦਾ ਜਨਮ ਦਿਨ ਹੈ, ਮਤਲਬ ਉਹ ਵੀ ਇਸੇ ਤਰੀਕੇ ਦੇ ਨਾਲ ਸਾਨੂੰ ਚੜ੍ਹਦੀ ਕਲਾ ਦੇ ਪ੍ਰਤੀਕ ਔਰ ਸਿੱਖੀ ਦੇ ਜੀਵਨ ਜਿਉਣ ਦਾ ਢੰਗ ਤਰੀਕਾ ਸਮਝ ਕੇ ਹੀ ਉਹਨਾਂ ਨੂੰ ਮਨਾਉਣਾ ਚਾਹੀਦਾ ਹੈ, ਤਾਂ ਕਿ ਅਸੀਂ ਗੁਰੂ ਸਾਹਿਬ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲ ਸਕੀਏ। ਹਾਂਜੀ ਬਿਲਕੁਲ ਜੀ। ਇਹ ਗੱਲ ਸਾਰੀ ਦੁਨੀਆ 'ਚ, ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਇੱਥੋਂ ਦੇ ਗੁਰਦੁਆਰਾ ਸਾਹਿਬ ਨੇ, ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਲੀਡਰਸ਼ਿਪ ਤੋਂ ਬਾਹਰ ਨੇ, ਉਹਨਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ। ਔਰ ਇਹ ਮੈਸੇਜ ਆ ਜਿਹੜਾ ਆਉਣ ਵਾਲੀ ਸਾਡੀ ਜਿਹੜੀ ਪਨੀਰੀ ਆ, ਆਉਣ ਵਾਲੇ ਸਾਡੇ ਜਿਹੜੇ ਬੱਚੇ ਆ, ਉਹਨਾਂ ਤੱਕ ਪਹੁੰਚਾਉਣਾ ਚਾਹੀਦਾ ਵੀ ਇਹ ਅਸਲੀ ਕੀ ਇਹਨਾਂ ਦਾ ਢੰਗ ਤਰੀਕਾ ਹੋਣਾ ਚਾਹੀਦਾ ਮਨਾਉਣ ਦਾ, ਕਿਸ ਤਰ੍ਹਾਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਿਸ ਰੋਸ਼ਨੀ 'ਚ ਦੇਖਣਾ ਚਾਹੀਦਾ ਇਹਨਾਂ ਤਿਉਹਾਰਾਂ ਨੂੰ ਜੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਉੱਪਰ ਵੀ ਤੁਹਾਡੀ ਜਾਣਕਾਰੀ ਲੈਣਾ ਚਾਹਾਂਗੇ। ਜਿਵੇਂ ਪਿਛਲੇ ਦਿਨਾਂ 'ਚ ਮੀਡੀਆ ਵਿੱਚ ਇੱਕ ਵੀਡੀਓ ਤੇ ਖਬਰ ਕਾਫੀ ਪ੍ਰਮੁਖਤਾ ਨਾਲ ਸਾਹਮਣੇ ਆਈ ਹੈ ਕਿ ਕਿਵੇਂ ਪੰਡਾਰੀ ਪੁਲ ਅੰਮ੍ਰਿਤਸਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਧਰਨੇ ਤੇ ਬੈਠੇ ਲੋਕਾਂ ਨੇ ਬੜੀ ਬੇਰਹਿਮੀ ਨਾਲ ਮਾਰਿਆ ਅਤੇ ਉਸਦੇ ਕੇਸਾਂ ਦੀ ਵੀ ਬੇਅਦਬੀ ਕੀਤੀ, ਜਦੋਂ ਕਿ ਪੁਲਿਸ ਦਰਸ਼ਕ ਬਣ ਕੇ ਵੇਖਦੀ ਰਹੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਤਾਂ ਜਦੋਂ ਤੋਂ ਵੀ ਜੇਲ੍ਹਾਂ 'ਚੋਂ ਆਏ ਆ ਜਾਂ ਜਦੋਂ ਵੀ ਤੇ ਹੁੰਦਾ, ਅਸੀਂ ਤਾਂ ਇਹ ਗੱਲ ਦਾ ਅਹਿਸਾਸ ਜਿਹੜਾ ਆ ਉਹ ਸਿੱਖ ਕੌਮ ਨੂੰ ਇੱਥੇ ਵੀ ਤੇ ਬਾਹਰ ਦੇ ਲੋਕਾਂ ਨੂੰ ਵੀ ਕਰ ਰਹੇ ਹਾਂ ਕਿ ਸਿੱਖ ਗੁਲਾਮੀ ਦੇ ਵੱਲ ਨੂੰ, ਅੱਜ ਦੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਔਰ ਇੱਥੇ ਸਿੱਖਾਂ ਦੇ ਨਾਲ ਜਿਹੜਾ ਕਾਨੂੰਨ ਹੈ, ਜਿਹੜਾ ਹਿੰਦੁਸਤਾਨ ਦਾ ਕਾਨੂੰਨ ਸਿੱਖਾਂ ਦੇ ਉੱਤੇ ਲਾਗੂ ਨਹੀਂ ਹੁੰਦਾ, ਜਿਹੜਾ ਕਿ ਹੋਰ ਦੂਜੀਆਂ ਬਹੁਤ ਗਿਣਤੀ ਕੌਮਾਂ ਦੇ ਉੱਤੇ ਲਾਗੂ ਹੁੰਦਾ ਹੈ। ਅੱਜ ਸਾਡੇ ਕਾਰੋਬਾਰਾਂ ਨੂੰ ਚਲਾਉਣ ਦੇ ਲਈ, ਸਾਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਵੀ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਤੋਂ ਵਿਰਵਾ ਕੀਤਾ ਜਾ ਰਿਹਾ। ਔਰ ਜਿਸ ਤਰੀਕੇ ਦੇ ਨਾਲ ਉੱਥੇ ਕੁਝ ਲੋਕਾਂ ਨੇ ਇੱਕ ਗੁੰਡਿਆਂ ਦਾ ਰੂਪ ਧਾਰਨ ਕਰਕੇ ਮਤਲਬ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਕੀਤੀ ਹੈ, ਮੈਂ ਕਹਿੰਦਾ ਵੀ ਇਹ ਸਾਡੀ ਕੌਮ ਨੂੰ, ਜੇ ਅੱਜ ਵੀ ਸਾਡੀ ਕੌਮ ਦੇ ਵਿੱਚ ਕੋਈ ਅਹਿਸਾਸ ਕਿਸੇ ਵਾਸਤੇ ਗੁਰੂ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਦਾ ਕੋਈ ਅਸਰ ਹੈ ਸਾਡੇ ਤੇ ਜ਼ਿੰਦਗੀ ਜਿਉਣੀ ਚਾਹੀਦੀ ਹੈ, ਤੇ ਸਾਨੂੰ ਇਸ ਗੁਲਾਮੀ ਦਾ ਅਹਿਸਾਸ ਕਰਕੇ ਸਾਨੂੰ ਆਜ਼ਾਦੀ ਦੇ ਵੱਲ ਨੂੰ ਵਧਣਾ ਚਾਹੀਦਾ ਹੈ। ਔਰ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਇਹ ਸਾਡੇ ਕੌਮ ਦੇ ਲਈ, ਸਾਡੇ ਜਜ਼ਬਾ ਪੈਦਾ ਕਰਨ ਦੇ ਲਈ ਮੈਨੂੰ ਲੱਗਦਾ ਇਸ ਤੋਂ ਬਾਅਦ ਹੋਰ ਕੋਈ ਨਹੀਂ। ਜੇ ਅਗਰ ਅੱਜ ਵੀ ਸਾਡੇ ਅੰਦਰ ਇਹ ਗੁਲਾਮੀ ਦਾ ਅਹਿਸਾਸ ਤੇ ਆਜ਼ਾਦੀ ਦੇ ਲਈ ਇੱਕ ਦ੍ਰਿੜਤਾ ਨਹੀਂ ਕਾਇਮ ਆਉਂਦੀ, ਤੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਆਪਣੀ ਜ਼ਿੰਦਗੀ ਤੋਂ ਜਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਬਹੁਤ ਦੂਰ ਜਾ ਰਹੇ ਹਾਂ। ਇਹ ਬਹੁਤ ਬਦਕਿਸਮਤੀ ਵਾਲੀ ਗੱਲ ਹੋਏਗੀ। ਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਜੀ ਹੈਲੋ, ਸੋ ਇਹ ਜਿਹੜੀ ਘਟਨਾ ਵਾਪਰੀ ਹੈ, ਜਿਸ ਤਰੀਕੇ ਨਾਲ ਉਹ ਵੀਡੀਓ ਚੱਲ ਰਹੀਆਂ ਨੇ, ਜਿਸ ਤਰੀਕੇ ਨਾਲ ਉੱਥੇ ਲੋਕਾਂ ਨੇ ਸਾਨੂੰ ਦੱਸਿਆ ਗਿਆ, ਇਹ ਤਾਂ ਗੱਲ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਅੱਜ ਦੀ ਸਰਕਾਰ ਦਾ, ਜਿਹੜੀ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਇਹ ਗੱਲ ਕਹਾਉਂਦੀ ਹੈ ਕਿ ਇਹ ਸਿੱਖਾਂ ਦੇ ਨੁਮਾਇੰਦੇ ਨੇ ਔਰ ਇਹ ਪੰਥਕ ਸਰਕਾਰ ਹੈ, ਉਹਨੂੰ ਇਹ ਦੇਖ ਲੈਣਾ ਚਾਹੀਦਾ ਕਿ ਉਹਦੇ ਨੱਕ ਦੇ ਥੱਲੇ ਕਿਸ ਤਰੀਕੇ ਨਾਲ ਜਿਹੜੀਆਂ ਹਿੰਦੂਤਵ ਸ਼ਕਤੀਆਂ ਨੇ ਮਤਲਬ ਉਹ ਅੱਗੇ ਵਧ ਰਹੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਹੈ ਉਹ ਕੁਚਲੇ ਜਾ ਰਹੇ ਨੇ ਮਤਲਬ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਭਗ 1.5 ਵਰ੍ਹੇ ਤੋਂ ਜੇਲ੍ਹ ਵਿੱਚ ਬੰਦ ਹਨ, ਉਹਨਾਂ ਦੇ ਕੇਸ ਦਾ ਹੁਣ ਕੀ ਸਟੇਟਸ ਹੈ, ਇਸ ਬਾਰੇ ਵੀ ਸਾਡੀ ਸੰਗਤਾਂ ਨੂੰ ਜਾਣਕਾਰੀ ਦਿਓ। ਦੇਖੋ, ਅੱਜ 1.5 ਸਾਲ ਹੋ ਗਿਆ ਉਹਨਾਂ ਦੇ ਉੱਤੇ ਕੇਸ ਪਾਇਆ ਹੋਇਆ ਨੂੰ ਜੀ। ਉਹ ਜਿਸ ਟ੍ਰੀਟੀ ਦੇ ਰਾਹੀਂ, ਜਿਸ ਐਗਰੀਮੈਂਟ ਦੇ ਰਾਹੀਂ ਜਿਹੜਾ ਕਿ ਫ੍ਰਿਜ਼ਨੋ ਦੀ ਕੋਰਟ ਦੇ ਵਿੱਚ ਹੋਇਆ ਸੀਗਾ ਜੀ, ਉਸ ਐਗਰੀਮੈਂਟ ਦੇ ਤਹਿਤ ਉਹ
ਹਿੰਦੁਸਤਾਨ ਲਿਆਂਦੇ ਗਏ ਸੀਗੇ। ਹਾਂਜੀ। ਉਹਨਾਂ ਦੇ ਉੱਤੇ ਸਿਰਫ ਫ੍ਰਿਜ਼ਨੋ ਕੋਰਟ ਦੇ ਵਿੱਚ 3 ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਫ੍ਰਿਜ਼ਨੋ ਦੀ ਫੈਡਰਲ ਕੋਰਟ ਨੇ ਜੀ। ਔਰ ਬਾਕੀ ਦੇ ਜੋ ਜਿੰਨੇ ਵੀ 30 ਕੇਸਿਸ ਸੀਗੇ ਉਹਨਾਂ ਨੂੰ ਬਿਲਕੁਲ ਉਹਨਾਂ ਨੇ ਇਹ ਗੱਲ ਕਹਿਤਾ ਸੀ ਵੀ ਤੁਸੀਂ ਨਹੀਂ ਚਲਾ ਸਕਦੇ। ਹਾਂਜੀ। ਉਹ ਇੱਥੇ ਆਣ ਕੇ ਨਾ 3 ਕੇਸਾਂ ਜੋ ਬਰੀ ਹੋਏ ਆ ਜੀ। ਔਰ ਜਦੋਂ ਤੋਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਰੂਲਿੰਗ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਉੱਥੇ ਕੈਂਡੀਡੇਟ ਸੀਗਾ ਉਹਨੂੰ ਹਰਾ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ, ਉਦੋਂ ਤੋਂ ਹੀ ਪੰਜਾਬ ਗਵਰਨਮੈਂਟ ਅਤੇ ਹਿੰਦੁਸਤਾਨ ਗਵਰਨਮੈਂਟ ਜੀ ਦੋਨਾਂ ਏਜੰਸੀਆਂ ਨੂੰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਬਦਨਾਮ ਕਰਨ ਦੇ ਵਿੱਚ, ਉਹਨਾਂ ਨੂੰ ਅੰਦਰ ਧੱਕਣ 'ਚ, ਪਹਿਲਾਂ ਤਾਂ ਉਹਨਾਂ ਨੂੰ ਆਪਣੇ ਅੰਦਰ ਲੈ ਕੇ ਜਾਣ ਦੇ ਵਿੱਚ ਆਪਣੀਆਂ ਪਾਰਟੀਆਂ ਸ਼ਾਮਲ ਕਰਨ ਲਈ ਪੂਰਾ ਜ਼ੋਰ ਲਾਇਆ। ਜਦੋਂ ਉਹਨਾਂ ਨੇ ਆਪਣੇ ਸਟੈਂਡ ਦੇ ਉੱਤੇ ਜੋ ਉਹਨਾਂ ਨੇ ਹੁਣ ਤੱਕ ਆਪਣਾ ਰੱਖਿਆ ਹੋਇਆ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਜੋ ਲੋਕਾਂ ਨੂੰ ਪ੍ਰੇਰਨਾ ਜਾਂ ਲੋਕਾਂ ਦੇ ਅੱਗੇ ਲੱਗ ਕੇ ਉਹਨਾਂ ਨੇ ਆਪਣਾ ਜੋ ਸਾਡਾ ਸਿਧਾਂਤ ਹੈ, ਜੋ ਸਾਡਾ ਪਿਛਲੇ ਜਿਸ ਅਸੀਂ 28-30 ਸਾਲ ਤੋਂ ਜਿਸ ਸਟੈਂਡ ਦੇ ਉੱਤੇ ਖੜੇ ਹਾਂ ਕਿ ਕੌਮ ਨੂੰ ਆਪਣਾ ਇੱਕ ਘਰ ਹੋਣਾ ਚਾਹੀਦਾ, ਉਸ ਤੇ ਖੜੇ ਹੋਣ ਦਾ ਉਹਨਾਂ ਨੇ ਅਹਿਦ ਕੀਤਾ ਤੇ ਇਹਨਾਂ ਦੇ ਕੋਲ ਕੋਈ ਹੋਰ ਰਸਤਾ ਨਹੀਂ ਸੀਗਾ। ਇਹਨਾਂ ਨੇ ਉਹਨਾਂ ਦੇ ਉੱਤੇ ਝੂਠੇ ਕੇਸ ਪਾਏ ਆ। ਜੀ ਜੀ ਬਿਲਕੁਲ। ਔਰ ਉਹਨਾਂ ਕੇਸਾਂ ਦੀ ਇਹ ਹਾਲਾਤ ਬਣੀ ਹੋਈ ਹੈ ਕਿ ਜਿੰਨੇ ਵੀ ਉਹਦੇ ਪ੍ਰਾਈਵੇਟ ਵਿਟਨੈਸ ਸੀਗੇ, ਐਵੀਡੈਂਸ ਸੀਗੇ, ਉਹ ਸਾਰੇ ਕੋਰਟ ਦੇ ਵਿੱਚ ਮੁੱਕਰ ਗਏ ਆ ਕਿ ਸਾਡਾ ਇਸ ਕੇਸ ਦੇ ਨਾਲ ਕੋਈ ਵਾਸਤਾ ਨਹੀਂ, ਅਸੀਂ ਕੋਈ ਵੀ ਸਾਡੇ ਸਾਹਮਣੇ ਕੋਈ ਬਰਾਮਦਗੀ ਨਹੀਂ ਹੋਈ, ਕੁਝ ਨਹੀਂ ਹੋਇਆ ਜੀ। ਇਸ ਦੇ ਬਾਵਜੂਦ ਵੀ ਅੱਜ 1.5 ਸਾਲ ਤੋਂ ਬਾਅਦ ਗਵਰਨਮੈਂਟ ਇੰਨਾ ਕੁ ਜ਼ੋਰ ਲਾ ਰਹੀ ਹੈ ਕਿ ਉਹਨਾਂ ਦੀ ਬੇਲ ਐਪਲੀਕੇਸ਼ਨ, ਉਹਨਾਂ ਨੂੰ ਬੇਲ ਨਹੀਂ ਮਿਲ ਰਹੀ, ਬੇਲ ਨਹੀਂ ਉਹਨਾਂ ਨੂੰ ਦਿੰਦੇ ਆ। ਔਰ ਹਮੇਸ਼ਾ ਹੀ ਉਹਨਾਂ ਨੇ ਮਤਲਬ ਹੁਣ ਐਵੀਡੈਂਸਸ ਜਿਹੜੇ ਨੇ ਉਹ ਕੰਪਲੀਟ ਕਰ ਲਈਆਂ ਹੋਈਆਂ ਨੇ ਉਹਨਾਂ ਦੇ ਕੇਸ ਦੇ ਵਿੱਚ। ਔਰ ਕੇਸ ਹੈ ਜਿਹੜਾ 2 ਮਹੀਨਿਆਂ ਦੇ ਵਿੱਚ ਮਤਲਬ ਹੋਣ ਜਾ ਰਿਹਾ, ਡਿਸਾਈਡ ਹੋਣ ਜਾ ਰਿਹਾ। ਹਾਂਜੀ। ਔਰ ਜਿਸ ਤਰੀਕੇ ਨਾਲ ਗਵਰਨਮੈਂਟ ਉਸ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਬੇਲ ਨੂੰ ਰੋਕਿਆ, ਅਪੋਜ਼ ਕੀਤਾ ਆ, ਜਿਸ ਤਰੀਕੇ ਦੇ ਨਾਲ ਉਹ ਆਪਣੀਆਂ ਸ਼ਕਤੀਆਂ ਨੂੰ ਵੱਧ ਕੇ ਇਸ ਨੂੰ ਟ੍ਰਾਇਲ ਨੂੰ ਮਤਲਬ ਜਿੰਨੀ ਛੇਤੀ ਨਾਲ ਉਹ ਕੰਪਲੀਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਤੋਂ ਏਦਾਂ ਲੱਗਦਾ ਹੈ ਕਿ ਗਵਰਨਮੈਂਟ ਦੇ ਇਰਾਦੇ ਆ ਜਿਹੜੇ ਉਹ ਕੋਈ ਨੇਕ ਨਹੀਂ ਹੈਗੇ ਜੀ। ਇਸ ਕੇਸ ਦੇ ਟ੍ਰਾਇਲ ਕੋਰਟ ਨੂੰ ਮੈਂ ਵੀ ਦੇਖ ਰਿਹਾ, ਅਸੀਂ ਸਾਰੀ ਇੱਕ ਵਕੀਲਾਂ ਦੀ ਟੀਮ ਦੇਖ ਰਹੇ ਹਾਂ, ਪਰ ਸਾਨੂੰ ਏਦਾਂ ਲੱਗਦਾ ਹੈ ਜੀ ਕਿ ਇਹ ਗਵਰਨਮੈਂਟ ਹੈ ਜਿਹੜੀ ਉਹ ਜ਼ਰੂਰ ਇਸ ਕੇਸ ਦਾ ਜੋ ਡਿਸੀਜਨ ਹੈ ਉਹ ਜੋ ਉਹਨਾਂ ਦੇ ਆਪਣੇ ਇਰਾਦੇ ਆ ਉਹਨਾਂ ਦੇ ਮੁਤਾਬਕ ਹੀ ਕਰਾਉਣਗੇ ਜੀ। ਕਿਉਂਕਿ ਹਾਈ ਕੋਰਟ 'ਚ ਬੇਲ ਐਪਲੀਕੇਸ਼ਨ ਨੂੰ ਜਿੱਦਾਂ ਉਹਨਾਂ ਨੇ ਅਪੋਜ਼ ਕੀਤਾ, ਜਿਹੜੀਆਂ ਧਾਰਾਵਾਂ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਕਿਸੇ 'ਚ ਵੀ 2 ਸਾਲ ਤੋਂ ਉੱਤੇ ਕੈਦ ਦੀ ਸਜ਼ਾ ਨਹੀਂ ਹੈਗੀ। ਹੁਣ ਉਹਨਾਂ ਨੇ ਇੱਕ ਹੋਰ ਐਪਲੀਕੇਸ਼ਨ ਪਿਛਲੇ ਵੀਕ ਦਿੱਤੀ ਹੈ ਕਿ ਉਹ ਧਾਰਾ ਇਹਦੇ ਤੇ ਲਾਈ ਜਾਵੇ ਐਕਸਪਲੋਸਿਵ ਐਕਟ ਦੀ, ਜਿਹਦੇ ਵਿੱਚ ਡੈਥ ਪੈਨਲਟੀ ਦੀ ਸਜ਼ਾ ਆ ਔਰ ਜਿਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੈ। ਜਦੋਂ ਕਿ ਉਹਨਾਂ ਕੋਲ ਕੋਈ ਐਕਸਪਲੋਸਿਵ ਹੈ ਜਿਹੜਾ ਉਹਦੀ ਕੋਈ ਬਰਾਮਦਗੀ ਹੋਈ ਨਹੀਂ ਹੈਗੀ। ਬਿਲਕੁਲ। ਔਰ ਇਹ ਗੱਲ ਹੈ ਜਿਹੜੀ ਉਹਨਾਂ ਦੀਆਂ ਗਵਾਹੀਆਂ ਦੇ ਵਿੱਚ ਆਈ ਹੋਈ ਆ, ਪਰ ਉਸ ਦੇ ਬਾਵਜੂਦ ਵੀ ਉਹ ਐਵੀਡੈਂਸ ਜਿਹੜਾ ਐਕਟ ਐਕਸਪਲੋਸਿਵ ਐਕਟ ਹੈ ਉਹਨੂੰ ਐਕਸਪਲੋਸਿਵ ਸਬਸਟੈਂਸ ਐਕਟ ਦੇ ਵਿੱਚ ਬਦਲਣਾ ਚਾਹੁੰਦੇ ਆ, ਮਤਲਬ ਜਿਹਦੀ ਸਜ਼ਾ ਕੀ ਡੈਥ ਪੈਨਲਟੀ, ਅਤੇ ਜਦੋਂ ਕਿ ਬਰਾਮਦਗੀ ਕੁਝ ਵੀ ਨਹੀਂ ਹੈ, ਰਿਕਵਰੀ ਕੁਝ ਨਹੀਂ ਕਿਸੇ ਐਕਸਪਲੋਸਿਵ ਦੀ ਹੈਗੀ। ਹਾਂਜੀ। ਸੋ ਅਸੀਂ ਹਰੇਕ ਜਿਹੜੀ ਵੀ ਸਾਡੇ ਕੋਲ ਕੋਈ ਆਪਸ਼ਨ ਹੈਗੀ ਆ ਲੀਗਲੀ ਉਹਦੀ ਵਰਤ ਰਹੇ ਆ, ਪਰ ਸਰਕਾਰ ਹੈ ਜਿਹੜੀ ਉਹਨਾਂ ਨੂੰ ਅੰਦਰ ਰੱਖਣ ਦੇ ਲਈ ਵਾਜਿਦ ਹੈ। ਸੋ 2 ਮਹੀਨਿਆਂ ਵਿੱਚ ਦੇਖਦੇ ਆ ਉਹਦਾ ਕੀ ਸਟੇਟਸ ਹੈ। ਕਿਸੇ ਕਾਰਨ ਹੈ ਜਿਹੜੀ ਉਹਨਾਂ ਦੀ ਬੇਲ ਨਹੀਂ ਹੋ ਸਕੀ। ਦੂਜਾ, ਅਸੀਂ ਜਿਹੜੀ ਉਹਨਾਂ ਨੇ ਟ੍ਰੀਟੀ ਨੂੰ ਵਾਇਲੇਟ ਕੀਤਾ ਉਹਦੇ ਲਈ ਅਸੀਂ ਫ੍ਰਿਜ਼ਨੋ ਦੀ ਫੈਡਰਲ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ, ਜਿਹਦੀ 24 ਮਾਰਚ ਨੂੰ ਅਸੀਂ ਉਹਦਾ ਰਿਪਲਾਈ ਇਹਨਾਂ ਨੇ ਦਿੱਤੀ ਆ। ਉਹਦਾ ਰਿਪਲਾਈ ਅਸੀਂ ਹੁਣ 24 ਮਾਰਚ ਨੂੰ ਦੇ ਰਹੇ ਹਾਂ ਤੇ 7 ਅਪ੍ਰੈਲ ਜਿਹੜੀ ਉਹਦੀ ਡੇਟ ਹੈ ਜੀ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਕਿ ਅਗਰ ਕੋਈ ਕਾਨੂੰਨੀ ਅਮਰੀਕਾ ਦੇ ਵਿੱਚ ਕੋਈ ਕਾਨੂੰਨ ਦੇ ਨਾਲ ਸੰਬੰਧਿਤ ਵੀਰ ਨੇ ਜਿਨ੍ਹਾਂ ਨੂੰ ਕਾਨੂੰਨੀ ਜਾਣਕਾਰੀ ਹੈ ਜਾਂ ਉਹ ਇਸ ਕੇਸ ਦੇ ਵਿੱਚ ਸਾਡੀ ਮਦਦ ਕਰਨਾ ਚਾਹੁੰਦੇ ਨੇ ਮਤਲਬ, ਤੇ ਉਹ ਜਗਦੀਪ ਸਿੰਘ ਸੇਖੋਂ ਨਹੀਂ ਹੈਗੇ ਆ, ਵਕੀਲ ਹੈ, ਤੇ ਜਿਹੜੇ ਫ੍ਰਿਜ਼ਨੋ ਦੇ ਮੁੰਡੇ ਜਗਮੀਤ ਹੋਣੀ ਨੇ ਉਹਨਾਂ ਦੇ ਨਾਲ ਕੰਟਰੈਕਟ ਕਰਨ ਤਾਂ ਕਿ ਮਤਲਬ ਅਸੀਂ ਵਧੀਆ ਕਾਨੂੰਨੀ ਜਿਹੜੀ ਸਹਾਇਤਾ ਉਹ ਅਸੀਂ ਆਪਾਂ ਕੁਲਵੀਰ ਸਿੰਘ ਨੂੰ ਦੇ ਸਕੀਏ ਔਰ ਇਹਨੂੰ ਚੈਲੰਜ ਕਰ ਸਕੀਏ। ਇਹਨਾਂ ਨੇ ਉੱਥੇ ਆਪਣਾ ਬਰੀਫ ਹੈ ਜਿਹੜਾ ਹਿੰਦੁਸਤਾਨ ਦੀ ਗਵਰਨਮੈਂਟ ਨੇ ਫਾਈਲ ਕਰ ਦਿੱਤਾ ਹੋਇਆ। ਸੋ ਇਹ ਹੈਗੀ ਆ ਉਹਨਾਂ ਦੇ ਕੇਸ ਦੀ ਮਤਲਬ ਜੋ ਅਪਡੇਟ ਹੈ। ਹੁਣ 25 ਹੈ ਜਿਹੜੀ ਉਹ ਪਈ ਹੋਈ ਹੈ 25 ਤਰੀਕ ਹਾਈ ਕੋਰਟ ਦੇ ਵਿੱਚ ਔਰ 21 ਤਰੀਕ ਹੈ ਜਲੰਧਰ ਟ੍ਰਾਇਲ ਕੋਰਟ ਦੇ ਵਿੱਚ, ਔਰ ਉਸ ਦਿਨ ਮੈਨੂੰ ਲੱਗਦਾ ਗਵਾਹੀਆਂ ਕਲੋਜ਼ ਹੋ ਜਾਣਗੀਆਂ, ਜਿਹੜੀਆਂ ਐਵੀਡੈਂਸਿਸ ਨੇ ਕਲੋਜ਼ ਹੋ ਜਾਣਗੀਆਂ। ਜੀ
ਜੀ ਤੇ ਵੀਰ ਜੀ ਸਾਰੇ ਟੀਵੀ 84 ਜਾਂ ਟੀਵੀ 84 ਦੀ ਟੀਮ ਵੱਲੋਂ ਵੀ ਤੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਹਾਡੀ ਉਹ ਮਦਦ ਕਰਨ। ਭਾਈ ਕੁਲਬੀਰ ਸਿੰਘ ਅਸੀਂ ਰੱਬ ਅੱਗੇ ਅਰਦਾਸ ਕਰਦੇ ਕਿ ਜਲਦ ਤੋਂ ਜਲਦ ਬਾਹਰ ਆਣ। ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੇ ਕੇਸਿਸ ਦੀ ਅਪਡੇਟ ਦਿੱਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ-ਸਮੇਂ ਤੁਹਾਨੂੰ ਫਿਰ ਤੋਂ ਸੰਗਤਾਂ ਦੀ ਰੂਬਰੂ ਕਰਵਾਵਾਂਗੇ, ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 The Nal will be right back after a short break.